ਹੈਲੋ ਸਟੂਡੈਂਟਸ, ਅੱਜ ਅਸੀਂ ਕਰ ਰਹੇ ਹਾਂ ਅਧਿਆਇ 8 ਤਿਕੋਣਮਿਤੀ ਬਾਰੇ ਜਾਣ ਪਛਾਣ। ਬੱਚਿਓ, ਜਿਵੇਂ ਕਿ ਤੁਸੀਂ ਪਿਛਲੀਆਂ ਜਮਾਤਾਂ ਦੇ ਵਿੱਚ ਸਮਕੋਣ ਤ੍ਰੈਭੁਜ ਬਾਰੇ ਪੜ੍ਹਿਆ ਹੈ। ਸਮਕੋਣ ਤ੍ਰੈਭੁਜ ਕੀ ਹੈ? ਜਿਸ ਦਾ ਇੱਕ ਕੋਣ 90 ਦਰਜੇ ਦਾ ਹੁੰਦਾ ਹੈ। ਹੁਣ ਅਸੀਂ ਇਸ ਅਧਿਆਇ ਵਿੱਚ ਕੁਝ ਸਥਿਤੀਆਂ ਦੀ ਵਿਆਖਿਆ ਕਰਾਂਗੇ। ਜਿਵੇਂ ਕਿ ਪਹਿਲੀ ਸਥਿਤੀ ਹੈ, ਕੁਝ ਵਿਦਿਆਰਥੀ ਇਸ ਮੀਨਾਰ ਨੂੰ ਦੇਖਣ ਵਾਸਤੇ ਗਏ ਨੇ। ਇੱਕ ਵਿਦਿਆਰਥੀ ਹੇਠਾਂ ਤੋਂ ਮੀਨਾਰ ਦੇ ਸਿਖਰ ਨੂੰ ਦੇਖ ਰਿਹਾ, ਤਾਂ ਇਸ ਸਥਿਤੀ ਦੇ ਵਿੱਚ ਅਸੀਂ ਇੱਕ ਸਮਕੋਣ ਤ੍ਰੈਭੁਜ ਬਣਨ ਦੀ ਕਲਪਨਾ ਕਰ ਸਕਦੇ ਹਾਂ। ਇੱਥੇ ਸਵਾਲ ਇਹ ਪੈਦਾ ਹੁੰਦਾ ਵੀ ਕੀ ਬਗੈਰ ਮਿਣਤੀ ਕੀਤਿਆਂ ਅਸੀਂ ਇਸ ਮੀਨਾਰ ਦੀ ਉਚਾਈ ਪਤਾ ਕਰ ਸਕਦੇ ਹਾਂ? ਹੁਣ ਅਸੀਂ ਇੱਕ ਦੂਜੀ ਸਥਿਤੀ ਦੇਖਦੇ ਹਾਂ। ਦੂਸਰੀ ਸਥਿਤੀ ਦੇ ਵਿੱਚ ਇੱਕ ਲੜਕੀ ਆਪਣੀ ਬਾਲਕੋਨੀ ਦੇ ਵਿੱਚ ਬੈਠ ਕੇ ਇੱਕ ਨਦੀ ਹੈ, ਨਦੀ ਦੇ ਦੂਸਰੇ ਪਾਸੇ ਇੱਕ ਮੰਦਿਰ ਹੈ, ਉਹਦੀਆਂ ਪੌੜੀਆਂ ਦੇ ਵਿੱਚ ਇੱਕ ਗਮਲਾ ਹੈ, ਉਸ ਗਮਲੇ ਨੂੰ ਉੱਪਰੋਂ ਦੇਖ ਰਹੀ ਹੈ। ਇਸ ਸਥਿਤੀ ਦੇ ਵਿੱਚ ਵੀ ਅਸੀਂ ਇੱਕ ਸਮਕੋਣ ਤ੍ਰੈਭੁਜ ਦੀ ਕਲਪਨਾ ਕਰ ਸਕਦੇ ਹਾਂ। ਕੀ ਅਸੀਂ ਇਸ ਨਦੀ ਦੀ ਚੌੜਾਈ ਬਗੈਰ ਮਿਣਤੀ ਕੀਤਿਆਂ ਪਤਾ ਕਰ ਸਕਦੇ ਹਾਂ ਜੇਕਰ ਸਾਨੂੰ ਬਾਲਕੋਨੀ ਦੀ ਉਚਾਈ ਪਤਾ ਹੋਵੇ? ਇਹ ਸਵਾਲ ਜਿਹੜਾ ਸਾਡੇ ਮਨ ਵਿੱਚ ਪੈਦਾ ਹੁੰਦਾ। ਇੱਕ ਤੀਸਰੀ ਸਥਿਤੀ ਹੈ ਸਾਡੇ ਕੋਲ, ਮਾਂ ਤੇ ਬੇਟੀ ਹਵਾ ਵਿੱਚ ਉੱਡ ਰਹੇ ਗੁਬਾਰੇ ਨੂੰ ਦੇਖ ਰਹੀਆਂ ਨੇ। ਕੀ ਅਸੀਂ ਬਗੈਰ ਮਿਣਤੀ ਕੀਤਿਆਂ ਜ਼ਮੀਨ ਤੋਂ ਗੁਬਾਰੇ ਦੀ B ਸਥਿਤੀ ਤੇ ਉਸ ਦੀ ਉਚਾਈ ਪਤਾ ਕਰ ਸਕਦੇ ਹਾਂ? ਤਾਂ ਅਸੀਂ ਇਹਨਾਂ ਤਿੰਨਾਂ ਸਥਿਤੀਆਂ ਦੇ ਵਿੱਚ ਕਹਿ ਸਕਦੇ ਹਾਂ ਕਿ ਅਸੀਂ ਗਣਿਤ ਦੀਆਂ ਕੁਝ ਤਕਨੀਕਾਂ ਦੀ ਸਹਾਇਤਾ ਦੇ ਨਾਲ ਇਹਨਾਂ ਦੀ ਉਚਾਈ ਜਾਂ ਦੂਰੀ ਪਤਾ ਕਰ ਸਕਦੇ ਹਾਂ। ਇਹ ਜਿਹੜੀਆਂ ਤਕਨੀਕਾਂ ਨੇ, ਇਹ ਗਣਿਤ ਦੀ ਸ਼ਾਖਾ ਤਿਕੋਣਮਿਤੀ ਟ੍ਰਿਗਨੋਮੈਟਰੀ ਦੇ ਵਿੱਚ ਆਉਂਦੀਆਂ ਨੇ। ਟ੍ਰਿਗਨੋਮੈਟਰੀ ਸ਼ਬਦ ਗ੍ਰੀਕ ਸ਼ਬਦ ਟਰਾਈ, ਜਿਸ ਦਾ ਅਰਥ ਹੈ ਤਿੰਨ, ਗੌਨ ਜਿਸ ਦਾ ਅਰਥ ਹੈ ਭੁਜਾ, ਮੈਟਰਨ ਜਿਸ ਦਾ ਅਰਥ ਹੈ ਮਿਣਤੀ ਤੋਂ ਮਿਣ ਕੇ ਬਣਿਆ ਹੈ, ਭਾਵ ਭੁਜਾਵਾਂ ਦੀ ਮਿਣਤੀ। ਤਿਕੋਣਮਿਤੀ ਅਸਲ ਵਿੱਚ ਤਿਕੋਣਮਿਤੀ ਦੇ ਵਿੱਚ ਅਸੀਂ ਤ੍ਰੈਭੁਜ ਦੀਆਂ ਭੁਜਾਵਾਂ ਤੇ ਕੋਣਾਂ ਦੇ ਵਿੱਚ ਜਿਹੜੇ ਸੰਬੰਧ ਹੈ ਉਹਨਾਂ ਦਾ ਅਧਿਐਨ ਕਰਦੇ ਹਾਂ। ਇਸ ਅਧਿਆਇ ਵਿੱਚ ਅਸੀਂ ਇੱਕ ਸਮਕੋਣ ਤ੍ਰੈਭੁਜ ਦੀਆਂ ਭੁਜਾਵਾਂ ਦੇ ਕੁਝ ਅਨੁਪਾਤਾਂ ਦਾ ਉਸ ਦੇ ਨਿਊਨ ਕੋਣਾਂ ਦੇ ਸੰਬੰਧ ਵਿੱਚ ਅਧਿਐਨ ਕਰਾਂਗੇ, ਜਿਨ੍ਹਾਂ ਨੂੰ ਕੋਣਾਂ ਦੇ ਤਿਕੋਣਮਿਤੀ ਅਨੁਪਾਤ ਕਿਹਾ ਜਾਂਦਾ ਹੈ। ਹੁਣ ਅਸੀਂ ਇੱਕ ਸਮਕੋਣ ਤ੍ਰੈਭੁਜ ਲਵਾਂਗੇ ਜਿਹਦੇ ਵਿੱਚ ਇੱਕ ਕੋਣ 90 ਦਰਜੇ ਦਾ, ਉਹਨੂੰ ਅਸੀਂ ਕਹਿੰਦੇ ਹਾਂ ਕੀ ਹੈ? ਸਮਕੋਣ ਤ੍ਰੈਭੁਜ। ਇਹ ਵਾਲਾ ਜਿਹੜਾ ਕੋਣ ਹੈ ਇਹ 90 ਦਰਜੇ ਦਾ, ਇਹਦਾ ਨਾਂ ਸਾਡੇ ਕੋਲ ਹੈ ABC। ਜੇਕਰ ਅਸੀਂ ਸਮਕੋਣ ਤ੍ਰੈਭੁਜ ਦਾ ਖੇਤਰਫਲ ਕੱਢਣਾ ਹੋਵੇ ਤਾਂ ਅਸੀਂ ਉਹਦਾ ਫਾਰਮੂਲਾ ਲਾਉਂਦੇ ਹਾਂ 1/2 ਗੁਣਾ ਆਧਾਰ ਗੁਣਾ ਲੰਬ। ਹੁਣ ਇਸ ਸਥਿਤੀ ਦੇ ਵਿੱਚ ਆਮ ਤੌਰ ਤੇ ਅਸੀਂ ਇਹ ਵਾਲੀ ਜਿਹੜੀ ਭੁਜਾ ਵਾ ਉਹਨੂੰ ਅਸੀਂ ਆਧਾਰ ਲੈਂਦੇ ਹਾਂ ਤੇ ਇਹਨੂੰ ਅਸੀਂ ਜਿਹੜੀ 90 ਦਾ ਕੋਣ ਬਣਾਉਂਦੀ ਆ ਉਹਨੂੰ ਅਸੀਂ ਲੰਬ ਲੈ ਲੈਂਦੇ। ਪਰ ਤਿਕੋਣਮਿਤੀ ਅਨੁਪਾਤਾਂ ਦੇ ਵਿੱਚ ਅਸੀਂ ਜਿਸ ਕੋਣ ਦੇ ਤਿਕੋਣਮਿਤੀ ਅਨੁਪਾਤ ਲਵਾਂਗੇ ਉਹਦੇ ਆਧਾਰ ਤੇ ਨਿਸ਼ਚਿਤ ਕਰਾਂਗੇ ਆਧਾਰ ਤੇ ਲੰਬ। ਹੁਣ ਮੰਨ ਲਓ ਅਸੀਂ ਇਸ ਸਮਕੋਣ ਤ੍ਰੈਭੁਜ ਵਿੱਚ ਕੋਣ A ਦੇ ਤਿਕੋਣਮਿਤੀ ਅਨੁਪਾਤ ਪਤਾ ਕਰਨੇ ਆ। ਇਸ ਕੋਣ ਦੇ, ਕੋਣ A ਦੇ, ਸਾਨੂੰ ਇੱਕ ਗੱਲ ਦਾ ਪਤਾ ਵੀ ਜਿਹੜੀ 90 ਦਰਜੇ ਦੇ ਸਾਹਮਣੇ ਦੀ ਭੁਜਾ ਵਾ ਉਹ ਸਾਡਾ ਕਰਨ ਹੈ। ਉਹ ਸਾਡਾ ਕੀ ਹੈ? ਕਰਨ। ਹੁਣ ਅਗਲੀ ਗੱਲ ਹੈ ਸਾਡੇ ਕੋਲ ਆਧਾਰ ਤੇ ਲੰਬ ਦੀ। ਜਿਹੜੇ ਕੋਣ ਦੀ ਅਸੀਂ ਗੱਲ ਕਰ ਰਹੇ ਹਾਂ ਉਸ ਕੋਣ ਦੀ ਲਾਗਵੀਂ ਭੁਜਾ AB ਆ। ਲਾਗਵੀਂ ਤੋਂ ਭਾਵ ਇਹ ਜਿਹੜੀ ਭੁਜਾ ਵਾ ਇਸ ਕੋਣ ਦਾ ਹਿੱਸਾ ਵਾ। ਇੱਕ ਭੁਜਾ AC ਆ, ਦੂਜੀ AB ਆ। AC ਤੇ ਸਾਡਾ ਕਰਨ ਹੈ ਕਿਉਂਕਿ 90 ਦੇ ਸਾਹਮਣੇ ਆ। ਜਿਹੜੀ ਇਹਦੀ ਲਾਗਵੀਂ ਭੁਜਾ ਵਾ AB, ਇਹ ਇਹਦਾ ਆਧਾਰ ਹੋਏਗਾ। ਇਹ ਸਾਡੇ ਕੋਲ ਕੀ ਹੋਏਗਾ? ਆਧਾਰ। ਤੇ ਜਿਹੜੀ ਸਨਮੁਖ ਭੁਜਾ ਹੋਏਗੀ ਉਹ ਕੀ ਹੋਏਗੀ? ਲੰਬ ਹੋਏਗੀ। ਜੇਕਰ ਅਸੀਂ ਕੋਣ A ਦੀ ਗੱਲ ਕਰਦੇ ਹਾਂ, ਜੇਕਰ ਅਸੀਂ ਕੋਣ C ਦੀ ਗੱਲ ਕਰਾਂਗੇ, ਦੋ ਨਿਊਨ ਕੋਣ ਆ, ਅਸੀਂ ਇਹਨਾਂ ਦੋ ਨਿਊਨ ਕੋਣਾਂ ਦੇ ਤਿਕੋਣਮਿਤੀ ਅਨੁਪਾਤ ਪਤਾ ਕਰਨੇ ਆ। ਜੇਕਰ ਅਸੀਂ ਕੋਣ C ਦੀ ਗੱਲ ਕਰਾਂਗੇ ਤੇ C ਦੀ ਲਾਗਵੀਂ ਭੁਜਾ ਹੁਣ BC ਆ। AC ਤਾਂ ਹੈ ਹੀ ਕਰਨ, BC ਲਾਗਵੀਂ ਭੁਜਾ, ਇਹਦਾ ਮਤਲਬ C ਕੋਣ ਦੀ ਸਥਿਤੀ ਵਿੱਚ ਆਧਾਰ BC ਹੋਏਗਾ, ਇਹਦੀ ਸਨਮੁਖ ਭੁਜਾ ਜਿਹੜੀ AB ਆ ਉਹ ਕੀ ਹੋਏਗੀ? ਲੰਬ ਹੋਏਗੀ। ਹੁਣ ਸਭ ਤੋਂ ਪਹਿਲਾ ਜਿਹੜਾ ਤਿਕੋਣਮਿਤੀ ਅਨੁਪਾਤ ਹੈ ਕੋਣ A ਦਾ, ਉਹਨੂੰ ਅਸੀਂ ਕਵਾਂਗੇ ਕੋਣ A ਦਾ ਸਾਈਨ। ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਹੈਗਾ
ਸਾਈਨ ਏ। ਸਾਈਨ ਏ ਜਿਹੜਾ ਸਾਈਨ ਏ ਆ ਉਹ ਸਾਡੇ ਕੋਲ ਹੁੰਦਾ ਲੰਬ ਬਟਾ ਕਰਨ। ਹੁਣ ਸਾਡੀ ਸਮਕੋਣ ਤ੍ਰੈਭੁਜ ਦੇ ਵਿੱਚ ਲੰਬ ਕਿਹੜਾ ਵਾ BC, ਕੋਣ ਏ ਦੇ ਹਿਸਾਬ ਨਾਲ BC, ਕਰਨ ਸਾਡਾ ਕਿਹੜਾ ਵਾ AC। ਇੱਥੋਂ ਸਾਡੇ ਕੋਲ ਸਾਈਨ ਏ ਕਿਹਦੇ ਬਰਾਬਰ ਆ ਗਿਆ BC ਬਟਾ AC। ਹੁਣ ਦੂਸਰਾ ਤਿਕੋਣਮਿਤੀ ਅਨੁਪਾਤ ਹੈ ਸਾਡੇ ਕੋਲ ਕੋਣ ਏ ਦਾ, ਕੋਣ ਏ ਦਾ ਕੋਸਾਈਨ, ਕੋਣ ਏ ਦਾ ਕੋਸਾਈਨ, ਇਹਨੂੰ ਅਸੀਂ ਕਵਾਂਗੇ cos A। ਜਿਹੜਾ cos A ਆ ਉਹ ਸਾਡੇ ਕੋਲ ਹੋਏਗਾ ਆਧਾਰ ਬਟਾ ਕਰਨ। ਆਧਾਰ ਸਾਡੇ ਕੋਲ ਇੱਥੇ ਕਿਹੜੀ ਭੁਜਾ ਵਾ AB, ਕੋਣ A ਦੇ ਅਨੁਸਾਰ ਆਧਾਰ ਕਿਹੜੀ ਭੁਜਾ ਵਾ AB, ਤੇ ਕਰਨ ਸਾਡਾ ਕਿਹੜਾ ਵਾ ਉਹ AC ਆ। ਤੀਸਰਾ ਸਾਡੇ ਕੋਲ ਹੈ ਕੋਣ A ਦਾ ਟੈਂਜੈਂਟ, ਕੋਣ A ਦਾ ਟੈਂਜੈਂਟ, ਇਹਨੂੰ ਅਸੀਂ tan A ਵੀ ਕਵਾਂਗੇ, tan A। tan ਕਿਹਦੇ ਬਰਾਬਰ ਹੁੰਦਾ ਸਾਡੇ ਕੋਲ ਲੰਬ ਬਟਾ ਆਧਾਰ। ਲੰਬ ਸਾਡੇ ਕੋਲ ਕਿਹੜਾ ਵਾ BC, ਆਧਾਰ ਸਾਡੇ ਕੋਲ ਕਿਹੜਾ ਵਾ AB। ਇਹ ਸਾਡੇ ਕੋਲ tan A ਆ ਗਿਆ। ਇਹ ਜਿਹੜੇ ਤਿੰਨ ਤਿਕੋਣਮਿਤੀ ਅਨੁਪਾਤ ਨੇ ਇਹਨਾਂ ਨੂੰ ਅਸੀਂ ਕਹਿ ਸਕਦੇ ਹਾਂ ਮੇਨ ਤਿਕੋਣਮਿਤੀ ਅਨੁਪਾਤ ਨੇ। ਜਿਹੜੇ ਅਗਲੇ ਤਿੰਨ ਆ ਉਹ ਇਹਨਾਂ ਦੇ ਰੈਸੀਪ੍ਰੋਕਲ ਨੇ। ਜਿੱਦਾਂ ਹੁਣ ਮੈਂ ਅਗਲਾ ਲੈ ਰਿਹਾ ਕੋਣ A ਦਾ ਕੋਸੀਕੈਂਟ, ਕੋਣ A ਦਾ ਕੋਸੀਕੈਂਟ, ਇਹਨੂੰ ਮੈਂ ਸ਼ਾਰਟ ਵਿੱਚ ਲਿਖੂੰਗਾ ਕੋਸੈਕ A। ਜਿਹੜਾ ਕੋਸੀਕੈਂਟ ਹੈ ਇਹ ਸਾਈਨ ਦਾ ਉਲਟ ਆ, ਇਹ ਕਿਹਦਾ ਉਲਟ ਹੈ ਸਾਡੇ ਕੋਲ ਸਾਈਨ ਦਾ, ਤੇ ਸਾਈਨ ਸਾਡੇ ਕੋਲ ਸੀਗਾ ਲੰਬ ਬਟਾ ਕਰਨ, ਤੇ ਇਹ ਸਾਡੇ ਕੋਲ ਆ ਜਾਣਾ ਕਰਨ ਬਟਾ ਲੰਬ। ਕਰਨ ਸਾਡੇ ਕੋਲ ਕਿਹੜਾ ਵਾ AC, ਤੇ ਲੰਬ ਸਾਡਾ ਕਿਹੜਾ ਵਾ BC। ਕੋਣ A ਦੇ ਅਨੁਸਾਰ ਉਹਦੀ ਸਨਮੁਖ ਭੁਜਾ BC ਸਾਡੇ ਕੋਲ ਕੀ ਹੈ ਲੰਬ ਹੈ। ਅਗਲਾ ਸਾਡੇ ਕੋਲ ਕੋਣ A ਦਾ ਸਾਡੇ ਕੋਲ ਆ ਜਾਂਦਾ ਸੀਕੈਂਟ, ਕੋਣ A ਦਾ ਸੀਕੈਂਟ, ਤੇ ਇਹਨੂੰ ਸ਼ਾਰਟ ਦੇ ਵਿੱਚ ਅਸੀਂ ਲਿਖਾਂਗੇ SEC ਕੋਣ A, ਸੀਕੈਂਟ A। ਹੁਣ ਸੀਕੈਂਟ A ਜਿਹੜਾ ਵਾ ਇਹ ਸਾਡੇ ਕੋਲ cos A ਦਾ ਉਲਟ ਆ। ਹੁਣ ਸਾਡੇ ਕੋਲ ਜਿਹੜਾ ਕੋਣ A ਦਾ ਕੋਸਾਈਨ ਆ ਉਹ ਕਿਹਦੇ ਬਰਾਬਰ ਆ ਆਧਾਰ ਬਟਾ ਕਰਨ, ਤੇ ਇਹ ਸਾਡੇ ਕੋਲ ਇਹਦਾ ਉਲਟ ਹੋਏਗਾ ਕਰਨ ਬਟਾ ਆਧਾਰ। ਹੁਣ ਅਸੀਂ ਇੱਥੋਂ ਵੀ ਲਿਖ ਸਕਦੇ ਹਾਂ AC ਬਟਾ AB, ਤੇ ਇਸ ਜਿਹੜਾ ਸਾਡਾ ਸਮਕੋਣ ਤਿਕੋਣ ਆ ਉਹਦੇ ਵਿੱਚੋਂ ਕਰਨ ਕਿਹੜਾ ਵਾ ਸਾਡੇ ਕੋਲ AC, ਆਧਾਰ ਕਿਹੜਾ ਸਾਡੇ ਕੋਲ AB। ਇਹ ਸਾਡੇ ਕੋਲ ਆ ਗਿਆ AC ਬਟਾ AB। ਅਗਲਾ ਜਿਹੜਾ ਸਾਡੇ ਕੋਲ ਹੈ ਉਹ ਟੈਂਜੈਂਟ ਦਾ ਉਲਟ, tan ਦਾ ਉਲਟ, ਉਹ ਕੀ ਹੈ ਕੋਣ A ਦਾ ਕੋਟੈਂਜੈਂਟ, ਕੋਣ A ਦਾ ਕੋਟੈਂਜੈਂਟ, ਇਹਨੂੰ ਅਸੀਂ ਲਿਖਾਂਗੇ ਸ਼ਾਰਟ ਦੇ ਵਿੱਚ cot A। cot A tan ਦਾ ਉਲਟ ਆ। tan ਸਾਡੇ ਕੋਲ ਹੈ ਲੰਬ ਬਟਾ ਆਧਾਰ, ਤੇ cot A ਸਾਡੇ ਕੋਲ ਹੋ ਜਾਏਗਾ ਆਧਾਰ ਬਟਾ ਲੰਬ, ਆਧਾਰ ਬਟਾ ਲੰਬ। ਆਧਾਰ ਸਾਡੇ ਕੋਲ ਕਿਹੜਾ ਵਾ AB, ਤੇ ਲੰਬ ਸਾਡੇ ਕੋਲ ਕਿਹੜਾ ਵਾ BC। ਇਹ ਸਾਡੇ ਕੋਲ 6 ਤਿਕੋਣਮਿਤੀ ਅਨੁਪਾਤ ਨੇ, ਸਾਈਨ A, cos A, tan A, ਕੋਸੀਕੈਂਟ A, ਸੀਕੈਂਟ A, cot A। ਇਹ ਅਸੀਂ ਕੋਣ A ਦੇ ਤਿਕੋਣਮਿਤੀ ਅਨੁਪਾਤ ਪਤਾ ਕੀਤੇ ਆ। ਇਸੇ ਤਰੀਕੇ ਨਾਲ ਹੁਣ ਜੇਕਰ ਅਸੀਂ ਕੋਣ C ਦੇ ਤਿਕੋਣਮਿਤੀ ਅਨੁਪਾਤ ਪਤਾ ਕਰਨੇ ਆ ਤਾਂ ਉਹ ਅਸੀਂ ਕਿਸ ਤਰ੍ਹਾਂ ਕਰਾਂਗੇ ਉਹ ਆਪਾਂ ਦੇਖਦੇ ਹਾਂ। ਹੁਣ ਉਹਦੇ ਵਾਸਤੇ ਅਸੀਂ ਜਿਹੜੇ ਸਾਡੇ ਆਧਾਰ ਤੇ ਸਿਖਰ ਲੰਬ ਨੇ ਉਹ ਅਸੀਂ ਕੋਣ C ਦੇ ਅਨੁਸਾਰ ਦੇਖਾਂਗੇ। ਕੋਣ C ਦੇ ਅਨੁਸਾਰ ਸਾਡੇ ਕਿਹੜੇ ਆਧਾਰ ਤੇ ਸਿਖਰ ਲੰਬ ਨੇ। ਹੁਣ ਅਸੀਂ ਇਸ ਕੋਣ ਦੀ ਗੱਲ ਕਰ ਰਹੇ ਹਾਂ, ਕੋਣ C ਦੀ। ਹੁਣ ਜਿਹੜੀ C ਦੀ ਲਾਗਵੀਂ ਭੁਜਾ ਵਾ ਇਹ ਸਾਡੇ ਕੋਲ ਲਾਗਵੀਂ ਭੁਜਾ BC ਹੈ, ਇਹ ਸਾਡਾ ਆਧਾਰ ਹੋਏਗਾ। ਹਮੇਸ਼ਾ ਜਿਸ ਕੋਣ ਦੀ ਅਸੀਂ ਗੱਲ ਕਰਨੀ ਆ ਸਮਕੋਣ ਤਿਕੋਣ ਦੇ ਜਿਨ੍ਹਾਂ ਦੋ ਨਿਊਨ ਕੋਣਾਂ ਦੀ ਅਸੀਂ ਗੱਲ ਕਰਨੀ ਆ ਉਹਦੀ ਲਾਗਵੀਂ ਭੁਜਾ ਆਧਾਰ ਹੋਏਗੀ, ਉਹਦੀ ਸਨਮੁਖ ਭੁਜਾ ਕੀ ਹੋਏਗੀ ਲੰਬ ਹੋਏਗੀ। ਹੁਣ ਅਸੀਂ ਇਹਦੇ ਅਨੁਸਾਰ ਤਿਕੋਣਮਿਤੀ ਅਨੁਪਾਤ ਲਵਾਂਗੇ। ਹੁਣ ਸਭ ਤੋਂ ਪਹਿਲਾਂ ਹੈਗਾ ਕੋਣ C ਦਾ ਸਾਈਨ, ਕੋਣ C ਦਾ ਸਾਈਨ ਭਾਵ ਸਾਈਨ C।
ਹੁਣ ਸਾਈਨ ਜਿਹੜਾ ਵਾ ਉਹ ਰਹਿਣਾ ਉਹੀ ਆ ਸਾਡੇ ਕੋਲ, ਕਿਸ ਤਰ੍ਹਾਂ, ਲੰਬ ਵਟਾ ਕਰਨ, ਰੇਸ਼ੋ ਲੰਬ ਵਟਾ ਕਰਨ ਦੀ ਆਉਣੀ ਆ ਹੁਣ। ਲੇਕਿਨ ਸਾਡਾ ਕੋਣ C ਦੇ ਅਨੁਸਾਰ ਹੁਣ ਲੰਬ ਕਿਹੜਾ ਵਾ AB, ਤੇ ਕਰਨ ਜਿਹੜਾ ਵਾ ਉਹ 90 ਦੇ ਸਾਹਮਣੇ ਦੀ ਭੁਜਾ ਹੁੰਦੀ ਹਮੇਸ਼ਾ, ਉਹ ਸਾਡੇ ਕੋਲ ਆ ਗਿਆ AB ਬਟਾ AC। ਹੁਣ ਮੈਂ ਬਾਕੀ ਦੇ ਜਿਹੜੇ ਆ ਸ਼ਾਰਟ ਵਿੱਚ ਹੀ ਲਿਖਾਂਗਾ। ਅਗਲਾ ਹੈ ਸਾਡੇ ਕੋਲ cos C, cos C ਕਿਹਦੇ ਬਰਾਬਰ ਆ, ਆਧਾਰ ਬਟਾ ਕਰਨ, ਆਧਾਰ ਬਟਾ ਕਰਨ। ਹੁਣ ਕੋਣ C ਦੇ ਅਨੁਸਾਰ ਸਾਡਾ ਆਧਾਰ ਕਿਹੜਾ ਵਾ, BC, ਉਹਦੀ ਲਾਗਵੀਂ ਭੁਜਾ, ਕੋਣ C ਦੀ ਲਾਗਵੀਂ ਭੁਜਾ ਬਟਾ ਕਰਨ ਸਾਡਾ ਕਿਹੜਾ ਵਾ, AC। ਇਸ ਤੋਂ ਬਾਅਦ cos ਤੋਂ ਬਾਅਦ ਕਿਹੜਾ ਸੀਗਾ, tan। ਹੁਣ ਅਸੀਂ tan C ਲਵਾਂਗੇ। tan ਜਿਹੜਾ ਵਾ ਉਹ ਸਾਡੇ ਕੋਲ ਕੀ ਸੀਗਾ, ਲੰਬ ਬਟਾ ਆਧਾਰ, ਲੰਬ ਬਟਾ ਆਧਾਰ। ਕੋਣ C ਦੇ ਅਨੁਸਾਰ ਲੰਬ ਸਾਡਾ ਹੈਗਾ AB ਤੇ ਆਧਾਰ ਸਾਡਾ ਹੈਗਾ BC। ਇਹਦਾ ਮਤਲਬ tan C ਦਾ ਜਿਹੜਾ ਮੁੱਲ ਆ ਉਹ ਕਿਹੜੀਆਂ ਭੁਜਾਵਾਂ ਦਾ ਅਨੁਪਾਤ ਆ ਗਿਆ, AB ਬਟਾ BC। ਉਸ ਤੋਂ ਬਾਅਦ ਸਾਡੇ ਕੋਲ ਆ ਜਾਂਦਾ ਕੋਸੀਕੈਂਟ, ਕੋਸੀਕੈਂਟ C ਆਪਾਂ ਕਰਕੇ ਹਟੇ ਆ ਜਦੋਂ ਕੋਣ A ਦੇ ਤ੍ਰਿਕੋਣਮਿਤੀ ਅਨੁਪਾਤ ਕੀਤੇ ਸੀਗੇ। ਜਿਹੜਾ ਕੋਸੀਕੈਂਟ ਸੀਗਾ ਉਹ ਸਾਈਨ ਦਾ ਰੈਸੀਪ੍ਰੋਕਲ ਸੀ। ਸਾਈਨ ਸਾਡੇ ਕੋਲ ਕੀ ਸੀਗਾ, ਲੰਬ ਬਟਾ ਕਰਨ, ਇਹ ਸਾਡੇ ਕੋਲ ਕੀ ਆ, ਕਰਨ ਬਟਾ ਲੰਬ। ਹੁਣ ਕਰਨ ਸਾਡਾ AC ਆ, ਕੋਣ C ਦੇ ਅਨੁਸਾਰ ਲੰਬ ਸਾਡਾ ਕਿਹੜਾ ਵਾ, AB। ਇਸ ਤੋਂ ਬਾਅਦ ਅਗਲਾ ਜਿਹੜਾ ਸਾਡੇ ਕੋਲ cos C ਦਾ ਉਲਟ, ਉਹ ਕੀ ਸੀਗਾ, ਸੀਕੈਂਟ C। ਸੀਕੈਂਟ ਸਾਡੇ ਕੋਲ ਕੀ ਹੋਏਗਾ, ਕਰਨ ਬਟਾ ਆਧਾਰ, ਕਰਨ ਬਟਾ ਆਧਾਰ। ਕਰਨ ਸਾਡਾ AC ਆ, ਆਧਾਰ ਸਾਡਾ ਕਿਹੜਾ ਵਾ, BC। ਇਹ ਸਾਡੇ ਕੋਲ ਸੀਕੈਂਟ C ਆ ਗਿਆ। ਸੀਕੈਂਟ C ਤੋਂ ਬਾਅਦ tan ਦਾ ਉਲਟ cot, ਇਹ ਸਾਡੇ ਕੋਲ ਆਏਗਾ cot C ਬਰਾਬਰ tan C ਕਿਹਦੇ ਬਰਾਬਰ ਸੀ, ਆਧਾਰ ਬਟਾ ਲੰਬ। tan ਕਿਹਦੇ ਬਰਾਬਰ ਹੁੰਦਾ, ਆਧਾਰ ਬਟਾ ਲੰਬ। ਆਧਾਰ ਤੇ ਲੰਬ ਦਾ ਅਨੁਪਾਤ, ਆਧਾਰ ਸਾਡੇ ਕੋਲ ਕਿਹੜਾ ਵਾ, BC ਤੇ ਲੰਬ ਸਾਡੇ ਕੋਲ ਕਿਹੜਾ ਵਾ, AB। ਇਸ ਤਰੀਕੇ ਨਾਲ ਅਸੀਂ ਇਹ ਦੋਨੇ ਨਿਊਨ ਕੋਣਾਂ ਦੇ ਤ੍ਰਿਕੋਣਮਿਤੀ ਅਨੁਪਾਤ ਇਸ ਤਰੀਕੇ ਨਾਲ ਦਰਸਾ ਸਕਦੇ ਹਾਂ। ਹੁਣ ਕਈ ਵਾਰ ਸਵਾਲਾਂ ਦੇ ਵਿੱਚ ਕੀ ਹੁੰਦਾ, ਕੋਣ A, ਕੋਣ B, ਕੋਣ C ਦੀ ਗੱਲ ਨਹੀਂ ਹੁੰਦੀ, ਉੱਥੇ ਕੋਣ ਥੀਟਾ ਦੀ ਗੱਲ ਹੁੰਦੀ ਹੈ। ਤੇ ਥੀਟਾ ਕੋਣ ਅਸੀਂ ਕਿਸੇ ਵੀ ਕੋਣ ਨੂੰ ਲੈ ਸਕਦੇ ਹਾਂ। ਮੰਨ ਲਓ ਮੈਂ ਇਸ ਕੋਣ ਨੂੰ ਥੀਟਾ ਲੈ ਲਿਆ। ਹੁਣ ਇਹ ਥੀਟਾ ਕਿਹੜੇ ਕੋਣ ਦਾ ਮਾਪ ਆ, C ਦਾ ਹੀ ਮਾਪ ਆ। ਇਹਦਾ ਮਤਲਬ ਅਸੀਂ C ਦੇ ਅਨੁਸਾਰ ਹੀ ਆਧਾਰ ਤੇ ਲੰਬ ਜਿਹੜੇ ਆ ਉਹ ਡਿਫਾਈਨ ਕਰਾਂਗੇ ਵੀ ਇਸ ਸਮਕੋਣ ਤ੍ਰਿਕੋਣ ਦਾ ਆਧਾਰ ਕਿਹੜਾ ਹੋਏਗਾ ਤੇ ਲੰਬ ਕਿਹੜਾ ਹੋਏਗਾ। ਥੀਟਾ ਕੋਣ C ਆ, ਥੀਟਾ ਦੇ ਆਧਾਰ ਤੇ ਆਧਾਰ ਸਾਡਾ BC ਆ ਤੇ ਉਹਦੀ ਸਨਮੁਖ ਭੁਜਾ AB ਕੀ ਆ, ਲੰਬ ਹੈ। ਹੁਣ ਇਹਦੇ ਵਿੱਚ ਅਸੀਂ ਹੁਣ ਕੋਣ C ਨਹੀਂ ਲਿਖਣਾ, ਅਸੀਂ ਸਾਈਨ C ਨਹੀਂ ਲਿਖਾਂਗੇ, ਅਸੀਂ ਲਿਖਾਂਗੇ ਸਾਈਨ ਥੀਟਾ। ਸਾਈਨ ਥੀਟਾ ਕਿਹਦੇ ਬਰਾਬਰ ਆ, ਲੰਬ ਬਟਾ ਕਰਨ, ਲੰਬ ਬਟਾ ਕਰਨ। ਤੇ ਲੰਬ ਸਾਡਾ ਕਿਹੜਾ ਵਾ, AB ਤੇ ਕਰਨ ਸਾਡਾ ਕਿਹੜਾ ਵਾ, AC। ਇਸੇ ਤਰੀਕੇ ਨਾਲ ਹੁਣ ਆ ਗਿਆ ਸਾਡੇ ਕੋਲ cos ਥੀਟਾ। cos ਥੀਟਾ ਸਾਡੇ ਕੋਲ ਹੈਗਾ ਆਧਾਰ ਬਟਾ ਕਰਨ। ਆਧਾਰ ਸਾਡਾ ਕਿਹੜਾ ਵਾ, BC ਤੇ ਕਰਨ ਸਾਡਾ ਕਿਹੜਾ ਵਾ, AC। ਉਸ ਤੋਂ ਬਾਅਦ ਅਸੀਂ tan ਥੀਟਾ ਦੀ ਗੱਲ ਕਰਾਂਗੇ। ਹੁਣ ਮੈਂ ਥੀਟਾ ਲੈ ਰਿਹਾ, ਨਾ A ਲੈ ਰਿਹਾ ਨਾ C ਲੈ ਰਿਹਾ। ਥੀਟਾ ਕਿਹੜੇ ਕੋਣ ਨੂੰ ਡਿਫਾਈਨ ਕੀਤਾ, C ਨੂੰ। ਹੁਣ ਇਹਦੇ ਆਧਾਰ ਤੇ tan ਥੀਟਾ ਕਿਹਦੇ ਬਰਾਬਰ ਹੁੰਦਾ, ਲੰਬ ਬਟਾ ਆਧਾਰ। ਲੰਬ ਸਾਡਾ ਹੈਗਾ AB ਤੇ ਆਧਾਰ ਸਾਡਾ ਕਿਹੜਾ ਹੈਗਾ, BC। ਉਸ ਤੋਂ ਅਗਲੇ ਜਿਹੜੇ ਆ ਅਸੀਂ ਅਗਲੇ ਸਾਡੇ ਕੋਲ ਹੋ ਗਿਆ ਕੋਸੀਕੈਂਟ ਥੀਟਾ। ਕੋਸੀਕੈਂਟ ਸਾਈਨ ਦਾ ਉਲਟ। ਸਾਈਨ ਅਸੀਂ ਕੱਢਿਆ ਸੀ AB ਬਟਾ AC, ਇਹਦਾ ਉਲਟ AC ਬਟਾ AB। ਇਸ ਤਰੀਕੇ ਨਾਲ ਵੀ ਆਪਾਂ ਇੱਥੋਂ ਦੇਖ ਕੇ ਵੀ ਲਿਖ ਸਕਦੇ ਹਾਂ। ਉਸ ਤੋਂ ਬਾਅਦ cos ਦਾ ਉਲਟ ਸਾਡੇ ਕੋਲ ਕੀ ਸੀਗਾ, ਸੀਕੈਂਟ ਥੀਟਾ। cos ਥੀਟਾ ਸੀਗਾ BC ਬਟਾ AC, ਆਧਾਰ ਬਟਾ ਕਰਨ। ਹੁਣ ਇਹ ਉਲਟ ਹੋ ਗਿਆ, ਕਰਨ ਬਟਾ ਆਧਾਰ, AC ਬਟਾ BC। ਉਸ ਤੋਂ ਬਾਅਦ ਸਾਡੇ ਕੋਲ ਆ ਜਾਂਦਾ cot ਥੀਟਾ। cot ਥੀਟਾ tan ਥੀਟਾ ਦਾ ਉਲਟ। tan ਥੀਟਾ ਸਾਡੇ ਕੋਲ ਕੀ ਆ, AB ਬਟਾ BC, ਲੰਬ ਬਟਾ ਆਧਾਰ। ਤੇ cot ਥੀਟਾ ਕੀ ਹੋਏਗਾ ਸਾਡੇ ਕੋਲ, ਆਧਾਰ ਬਟਾ ਲੰਬ। ਜਾਂ ਇਹਨੂੰ ਆਧਾਰ ਬਟਾ ਲੰਬ ਸਾਡੇ ਕੋਲ ਕਿਹੜਾ ਵਾ, BC ਬਟਾ AB। ਇਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਇਹਦਾ ਜਿਹੜਾ ਉਲਟ ਆ ਸਾਡੇ ਕੋਲ
ਟੈਨ ਦਾ, ਉਹ ਸਾਡੇ ਕੋਲ ਕੀ ਆ ਗਿਆ, cot ਥੀਟਾ। ਇਸ ਤਰ੍ਹਾਂ ਅਸੀਂ ਤਿਕੋਣਮਿਤੀ ਅਨੁਪਾਤ ਜਿਹੜੇ ਆ ਉਹਨਾਂ ਨੂੰ ਡਿਫਾਈਨ ਕਰ ਸਕਦੇ ਹਾਂ। ਹੁਣ ਇਹਦੇ ਵਿੱਚ ਅਸੀਂ ਕਹਿ ਰਹੇ ਹਾਂ ਵੀ ਸਾਈਨ ਥੀਟਾ ਦਾ ਉਲਟ ਕਿਹੜਾ ਵਾ, ਕੋਸੀਕੈਂਟ ਥੀਟਾ। ਕੋਸ ਥੀਟਾ ਦਾ ਉਲਟ ਕੀ ਹੈ, ਸੀਕੈਂਟ ਥੀਟਾ। ਟੈਨ ਥੀਟਾ ਦਾ ਉਲਟ ਕੀ ਆ, cot ਥੀਟਾ। ਹੁਣ ਅਸੀਂ ਇਹਨੂੰ ਕਿਸ ਤਰ੍ਹਾਂ ਉਲਟ ਨੂੰ ਹੋਰ ਕਿਸ ਤਰੀਕੇ ਨਾਲ ਲਿਖ ਸਕਦੇ ਹਾਂ। ਮੰਨ ਲਓ ਮੈਂ ਸਾਈਨ ਥੀਟਾ, ਮੈਨੂੰ ਪਤਾ ਵਾ ਕੋਸੀਕੈਂਟ ਦਾ ਉਲਟ ਆ, ਤੇ ਮੈਂ ਸਾਈਨ ਥੀਟਾ ਨੂੰ ਲਿਖ ਸਕਦਾ 1 ਕੋਸੀਕੈਂਟ ਥੀਟਾ। ਕੋਸ ਥੀਟਾ ਕਿਹਦਾ ਉਲਟ ਸੀਗਾ, ਸੀਕੈਂਟ ਦਾ, ਇਹਨੂੰ ਮੈਂ ਲਿਖ ਸਕਦਾ 1 ਸੀਕੈਂਟ ਥੀਟਾ। ਜਿਹੜਾ ਟੈਨ ਥੀਟਾ ਵਾ ਉਹ ਕਿਹਦਾ ਉਲਟ ਆ ਸਾਡੇ ਕੋਲ, cot ਥੀਟਾ ਦਾ। ਉਲਟ ਦਾ ਮਤਲਬ ਕਿਹਦਾ ਉਲਟ ਆ, cot ਥੀਟਾ ਦਾ। ਇਹ ਆ ਜਾਣਾ 1 cot ਥੀਟਾ। ਇਸੇ ਤਰੀਕੇ ਨਾਲ ਅਸੀਂ ਹੁਣ ਅਗਲੀ ਗੱਲ ਜਿਹੜੀ ਆ, ਜਿਹੜੇ ਟੈਨ ਥੀਟਾ ਵਾ ਇਹਦਾ ਮੁੱਲ ਅਸੀਂ ਸਾਈਨ ਤੇ ਕੋਸ ਦੇ ਵਿੱਚ ਪਤਾ ਕਰ ਸਕਦੇ ਹਾਂ। ਹੁਣ ਇੱਥੋਂ ਜੇ ਅਸੀਂ ਦੇਖੀਏ ਜਿਹੜਾ ਸਾਈਨ ਥੀਟਾ ਵਾ ਉਹ ਸਾਡੇ ਕੋਲ ਕੀ ਹੋਏਗਾ, ਲੰਬ ਬਟਾ ਕਰਨ, ਭਾਵ AB ਬਟਾ AC, AB ਬਟਾ AC। ਕੋਸ ਥੀਟਾ ਕੱਢੀ ਕਿਹਦੇ ਬਰਾਬਰ ਹੋਊਗਾ, ਕੋਸ ਥੀਟਾ ਬਰਾਬਰ ਆਧਾਰ ਬਟਾ ਕਰਨ BC ਬਟਾ AC। ਹੁਣ ਜੇਕਰ ਮੈਂ ਟੈਨ ਥੀਟਾ ਪਤਾ ਕਰਨਾ ਵਾ, ਟੈਨ ਥੀਟਾ ਸਾਈਨ ਤੇ ਕੋਸ ਤੋਂ ਪਤਾ ਕਰਨਾ, ਤੇ ਟੈਨ ਥੀਟਾ ਕਿਹਦੇ ਬਰਾਬਰ ਹੋਊਗਾ, ਟੈਨ ਥੀਟਾ ਬਰਾਬਰ ਹੋਏਗਾ ਸਾਈਨ ਥੀਟਾ ਬਟਾ ਕੋਸ ਥੀਟਾ। ਆਪਾਂ ਮੁੱਲ ਪਤਾ ਕਰਕੇ ਦੇਖਦੇ ਹਾਂ ਵੀ ਕੀ ਇਹਦੇ ਬਰਾਬਰ ਆਉਂਦਾ। ਹੁਣ ਸਾਈਨ ਥੀਟਾ ਸਾਡੇ ਕੋਲ ਕੀ ਆ, AB ਬਟਾ AC, AB ਬਟਾ AC ਬਟੇ ਦੇ ਵਿੱਚ ਕੋਸ ਥੀਟਾ ਕਿਹਦੇ ਬਰਾਬਰ ਆ, BC ਬਟਾ AC। ਉੱਪਰ ਵਾਲੇ ਦੇ ਬਟੇ ਵਿੱਚ ਵੀ AC ਆ, ਹੇਠਾਂ ਵਾਲੇ ਦੇ ਬਟੇ ਵਿੱਚ ਵੀ ਕੀ ਆ, AC। AC ਨਾਲ AC ਕੈਂਸਲ ਹੋ ਗਿਆ, ਇਹ ਸਾਡੇ ਕੋਲ ਆ ਗਿਆ AB ਬਟਾ BC। ਤੇ ਹੁਣ ਜੇਕਰ ਅਸੀਂ ਇੱਥੋਂ ਟੈਨ ਥੀਟਾ ਦੇਖੀਏ ਕੀ ਉਹ ਇਹਦੇ ਬਰਾਬਰ ਆਉਂਦਾ, ਟੈਨ ਥੀਟਾ ਕਿਹਦੇ ਬਰਾਬਰ ਹੁੰਦਾ, ਲੰਬ ਬਟਾ ਆਧਾਰ, ਲੰਬ ਬਟਾ ਆਧਾਰ। ਹੁਣ ਲੰਬ ਸਾਡਾ ਕਿਹੜਾ ਵਾ, AB, ਤੇ ਆਧਾਰ ਸਾਡਾ ਕਿਹੜਾ ਵਾ, BC। ਅਸੀਂ ਦੇਖਦੇ ਹਾਂ ਦੋਨੇ ਆਪਸ ਵਿੱਚ ਕੀ ਆ ਗਏ, ਬਰਾਬਰ। ਇੱਥੋਂ ਅਸੀਂ ਇੱਕ ਹੋਰ ਰਿਲੇਸ਼ਨ ਦੇਖ ਲਿਆ ਵੀ ਟੈਨ ਥੀਟਾ ਜਿਹੜਾ ਵਾ ਉਹਦਾ ਮੁੱਲ ਸਾਈਨ ਥੀਟਾ ਬਟਾ ਕੋਸ ਥੀਟਾ। ਜੇਕਰ ਸਾਈਨ ਥੀਟੇ ਦੇ ਮੁੱਲ ਨੂੰ ਕੋਸ ਥੀਟੇ ਦੇ ਨਾਲ ਭਾਗ ਕਰ ਦਈਏ ਤੇ ਸਾਡੇ ਕੋਲ ਟੈਨ ਥੀਟਾ ਦਾ ਮੁੱਲ ਆ ਜਾਏਗਾ। ਜੇਕਰ ਅਸੀਂ ਕੋਟ ਤੋਂ ਟੈਨ ਕੱਢਣਾ ਵਾ ਤੇ ਕੋਟ ਦਾ ਅਸੀਂ ਉਲਟ ਕਰ ਦਿਆਂਗੇ ਤੇ ਕਿਹਦਾ ਮੁੱਲ ਆ ਜਾਏਗਾ, ਸਾਡੇ ਕੋਲ ਟੈਨ ਥੀਟੇ ਦਾ ਮੁੱਲ ਆ ਜਾਏਗਾ। ਹੁਣ ਅਸੀਂ ਦੇਖਦੇ ਹਾਂ ਵੀ ਇਹਨਾਂ ਨੂੰ ਯਾਦ ਕਿਵੇਂ ਕਰਨਾ। ਹੁਣ ਮੰਨ ਲਓ ਸਾਡੇ ਕੋਲ ਅਸੀਂ ਇਹਨੂੰ ਇਸ ਤਰ੍ਹਾਂ ਲਿਖਾਂਗੇ, ਲੰਬੂ ਆਇਆ, ਲੰਬੂ ਕੀ ਕਰਨ ਆਇਆ, ਕੀ ਕਰਨ ਆਇਆ। ਇਹਨੂੰ ਅਸੀਂ ਆਸਾਨੀ ਨਾਲ ਯਾਦ ਕਰ ਸਕਦੇ ਹਾਂ। ਹੁਣ ਅਸੀਂ ਪਹਿਲਾ ਜਿਹੜਾ ਪਹਿਲਾ ਕੀ ਇਹਦੇ ਵਿੱਚ ਲੱਲੇ ਦੇ ਟਿੱਪੀ ਆ, ਅਸੀਂ ਉਹ ਲਵਾਂਗੇ। ਇਹਦੇ ਵਿੱਚ ਐੜਾ, ਇਹਦੇ ਵਿੱਚ ਵੀ ਲਾ ਟਿੱਪੀ, H ਕੱਕਾ, H ਵੀ ਕੀ ਆ ਸਾਡੇ ਕੋਲ, ਕੱਕਾ। ਇਹਦੇ ਵਿੱਚ ਕੀ ਆ ਸਾਡੇ ਕੋਲ, ਐੜਾ। ਇਹ ਹੈਗਾ ਲੰਬ ਆਧਾਰ, ਲੰਬ ਕਰਨ, ਕਰਨ ਆਧਾਰ। ਹੁਣ ਅਸੀਂ ਕਿਹੜੀ ਤਰਤੀਬ ਵਿੱਚ ਕੀਤੇ ਸੀਗੇ, ਪਹਿਲਾਂ ਸਾਡੇ ਕੋਲ ਸੀਗਾ ਸਾਈਨ ਥੀਟਾ, ਫਿਰ ਸੀ ਸਾਡੇ ਕੋਲ ਕੋਸ ਥੀਟਾ, ਫਿਰ ਸਾਡੇ ਕੋਲ ਕੀ ਸੀਗਾ, ਟੈਨ ਥੀਟਾ। ਉਸ ਤੋਂ ਬਾਅਦ ਅਸੀਂ ਕੀਤਾ ਸੀ ਕੋਸੀਕੈਂਟ ਥੀਟਾ, ਫਿਰ ਸਾਡੇ ਕੋਲ ਕੀ ਸੀਗਾ, ਕੋਸੀਕੈਂਟ ਤੋਂ ਬਾਅਦ ਸੀਕੈਂਟ ਥੀਟਾ, ਉਸ ਤੋਂ ਬਾਅਦ ਸਾਡੇ ਕੋਲ ਕੀ ਸੀਗਾ, ਕੋਟ ਥੀਟਾ। ਇਸ ਤਰੀਕੇ ਨਾਲ ਅਸੀਂ ਇਹਨੂੰ ਹੁਣ ਯਾਦ ਕਰਾਂਗੇ। ਹੁਣ ਦੇਖੀਏ ਕਿਸ ਤਰ੍ਹਾਂ ਬਣਦਾ। ਸਭ ਤੋਂ ਪਹਿਲਾਂ ਅਸੀਂ ਸਾਈਨ ਦੀ ਗੱਲ ਕਰਦੇ ਹਾਂ। ਸਾਈਨ ਥੀਟਾ, ਸਾਈਨ ਥੀਟਾ, ਆਹ ਦੇਖੋ ਆਹ ਬਟੇ ਆ ਗਿਆ ਸਾਡੇ ਕੋਲ, ਲੰਬ ਬਟਾ ਕਰਨ, ਲੰਬ ਬਟਾ ਕਰਨ। ਹੁਣ ਅਗਲਾ ਦੇਖੋ ਸੈਕਿੰਡ ਕੀ ਆ, ਕੋਸ ਥੀਟਾ। ਕੋਸ ਥੀਟਾ ਕਿਹਦੇ ਬਰਾਬਰ ਹੋਊਗਾ, ਆਧਾਰ ਬਟਾ ਕਰਨ, ਆਧਾਰ ਬਟਾ ਕਰਨ। ਉਸ ਤੋਂ ਬਾਅਦ ਤੀਜਾ ਸਾਡੇ ਕੋਲ ਕੀ ਆ, ਟੈਨ ਥੀਟਾ। ਉਹ ਕਿਹਦੇ ਬਰਾਬਰ ਹੈ ਸਾਡੇ ਕੋਲ, ਲੰਬ ਬਟਾ ਆਧਾਰ, ਲੰਬ ਬਟਾ ਆਧਾਰ। ਉਸ ਤੋਂ ਬਾਅਦ ਦੇਖੋ ਕੋਸੀਕੈਂਟ ਥੀਟਾ। ਹੁਣ ਧਿਆਨ ਦਿਓ, ਕੋਸੀਕੈਂਟ ਥੀਟਾ,
ਕੋਸੀਕਣ ਥੀਟਾ ਹੇਠੋਂ ਉੱਪਰ ਨੂੰ ਜਾਣਾ, ਕਰਨ ਬਟਾ ਲੰਬ, ਕਰਨ ਬਟਾ ਲੰਬ। ਇਹ ਆਪਾਂ ਨੂੰ ਪਤਾ ਸਾਈਨ ਤੇ ਕੋਸੀਕੈਂਟ ਇੱਕ ਦੂਜੇ ਦੇ ਕੀ ਆ, ਰੈਸੀਪ੍ਰੋਕਲ ਆ, ਇਹ ਇੱਕ ਦੂਜੇ ਦੇ ਉਲਟ ਨੇ। ਉਸ ਤੋਂ ਬਾਅਦ ਅਗਲਾ ਦੇਖੋ, ਅਗਲਾ ਕੌਸ ਦੇ ਹੇਠਾਂ ਕੀ ਆ ਸਾਡੇ ਕੋਲ, ਸੀਕਣ ਥੀਟਾ, ਸੀਕਣ ਥੀਟਾ। ਸੀਕਣ ਨੂੰ ਵੀ ਹੇਠਾਂ ਤੋਂ ਉੱਪਰ ਨੂੰ ਜਾਣਾ, ਕਰਨ ਬਟਾ ਆਧਾਰ, ਕਰਨ ਬਟਾ ਆਧਾਰ। ਇਹ ਸਾਡੇ ਕੋਲ ਆ ਗਿਆ ਸੀਕਣ ਥੀਟਾ। ਤੇ ਤੀਜਾ ਸਾਡੇ ਕੋਲ ਕੀ ਆ, ਕੌਟ ਥੀਟਾ। ਕੌਟ ਥੀਟਾ ਜਿਹੜਾ ਵਾ ਆਧਾਰ ਬਟਾ ਲੰਬ, ਆਧਾਰ ਬਟਾ ਲੰਬ। ਜੇਕਰ ਸਾਨੂੰ ਪਤਾ ਲੱਗ ਜਾਏ ਇਸ ਤਰੀਕੇ ਨਾਲ ਵੀ ਕਿਹੜੀਆਂ ਕਿਹੜੀਆਂ ਭੁਜਾਵਾਂ ਦਾ ਅਨੁਪਾਤ ਲੈਣਾ ਅਸੀਂ ਸਮਕੋਣ ਤ੍ਰੈਭੁਜ ਦਾ, ਤਾਂ ਉਹਦੇ ਅਨੁਸਾਰ ਅਸੀਂ ਆਸਾਨੀ ਦੇ ਨਾਲ ਇਹਨਾਂ ਦੇ ਤਿਕੋਣਮਿਤੀ ਅਨੁਪਾਤ ਲੈ ਸਕਦੇ ਹਾਂ।